ਕਿਸੇ ਮੰਜ਼ਿਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ ਹੈ। ਲਾਜ਼ਮ ਸ਼ਰਤੇ ਪੈਰੀ ਸੁਲਗ ਦਾ ਇੱਕ ਸਫ਼ਰ ਹੋਵੇ। ਇੱਕ ਸੁਲਗ ਦੇ ਸਫ਼ਰ ਵੱਲ ਪੂਰਾ ਦੇਸ਼ ਹੀ ਨਹੀਂ ਬਲਕਿ ਜੇ ਵਿਸ਼ਵ ਦੇਖਿਆ ਜਾਵੇ ਤੇ ਸੁਲਗ ਦੇ ਸਫ਼ਰ ਤੇ ਅਸੀਂ ਸਫ਼ਰ ਕਰ ਰਹੇ ਹਾਂ। ਹਰ ਰੋਜ਼ ਅਸੀਂ ਟੁੱਟਦੇ ਹਾਂ, ਫਿਰ ਨਵੀਂ ਉਮੀਦ ਜਾਗਦੀ ਹੈ ਔਰ ਇਸੇ ਹੀ ਤਰ੍ਹਾਂ ਦੀ ਜ਼ਿੰਦਗੀ ਹੈ ਖਾਸ ਤੌਰ ਤੇ। ਔਰ ਕਰੋਨਾ ਵਾਇਰਸ ਤੇ ਚਲਦਿਆਂ ਸਭ ਕੁਝ ਜੋ ਇਸ ਵੇਲੇ ਜੋ ਹਾਲਾਤ ਨੇ ਇਸ ਵੇਲੇ ਉਹ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ। ਔਰ ਅਜਿਹੇ ਸਮੇਂ ਤੇ ਅੱਜ ਅਸੀਂ ਖਾਸ ਤੌਰ ਤੇ ਐਕਸਕਲੂਸਿਵ ਇੰਟਰਵਿਊ ਕਰ ਰਹੇ ਹਾਂ ਫਗਵਾੜਾ ਦੇ ਵਿਧਾਨਕਾਰ ਔਰ ਸੇਵਾ ਮੁਕਤ IAS ਆਫੀਸਰ ਬਲਵਿੰਦਰ ਸਿੰਘ ਧਾਰੀਵਾਲ ਹੁਣਾਂ ਨਾਲ। ਦੱਸਣਾ ਚਾਹਾਂਗੇ ਕਿ ਬਲਵਿੰਦਰ ਸਿੰਘ ਧਾਰੀਵਾਲ ਹੁਣਾਂ ਦਾ ਲੰਬਾ ਪ੍ਰਸ਼ਾਸਨਿਕ ਤਜਰਬਾ ਹੈ, ਜਿਸ ਵਿੱਚ ਉਹ ਫਗਵਾੜਾ ਦੇ ਵਿੱਚ ਵੀ STM ਰਹੇ, ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ADC ਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਸੇਵਾ ਮੁਕਤ ਤੋਂ ਬਾਅਦ ਜੋ ਫਗਵਾੜਾ ਦੇ ਪਹਿਲੀ ਵਾਰ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ ਤੇ ਉਸ ਵਿੱਚ ਉਹ ਫਗਵਾੜਾ ਦੇ ਵਿਧਾਨਕਾਰ ਬਣੇ। ਖਾਸ ਤੌਰ ਤੇ ਜ਼ਰੂਰੀ ਇਸ ਲਈ ਹੈ ਕਿਉਂਕਿ ਬਹੁਤ ਸਾਰੀ ਪ੍ਰਸ਼ਾਸਨਿਕ ਇਸ ਵੇਲੇ ਜੋ ਕਾਰਜਕਾਰੀ ਤੇ ਨਿਰਭਰ ਕਰਦਾ ਹੈ ਕਿ ਲੋਕਾਂ ਨੂੰ ਕਿਹੋ ਜਿਹੀਆਂ ਸਹੂਲਤਾਂ ਮਿਲਣ। ਉੱਥੇ ਉਹਨਾਂ ਦਾ ਅਮੀਰ ਜੋ ਐਕਸਪੀਰੀਅੰਸ ਹੈ ਉਹ ਕਿਸ ਤਰ੍ਹਾਂ ਕੰਮ ਆ ਰਿਹਾ ਹੈ, ਕੀ ਵਿਜ਼ਨ ਹੈ ਕਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਦਾ, ਤੇ ਹੁਣ ਤੱਕ ਖਾਸ ਤੌਰ ਤੇ ਇਹਨਾਂ 42 ਦਿਨਾਂ ਦੇ ਵਿੱਚ ਬਤੌਰ MLA ਕਿਹੜੇ ਖਾਸ ਫਰੰਟਾਂ ਤੇ ਉਹਨਾਂ ਨੇ ਕੰਮ ਕੀਤਾ, ਉਸ ਨੂੰ ਲੈ ਕੇ ਅੱਜ ਐਕਸਕਲੂਸਿਵ ਇੰਟਰਵਿਊ ਕਰ ਰਹੇ ਹਾਂ। ਸਾਡੇ ਨਾਲ ਨੇ ਬਲਵਿੰਦਰ ਸਿੰਘ ਧਾਰੀਵਾਲ। ਸਰ ਤੁਹਾਡਾ ਬਹੁਤ ਸਵਾਗਤ। ਥੈਂਕ ਯੂ ਸਰ ਬੜਾ ਨਾਜ਼ੁਕ ਸਮਾਂ ਹੈ ਜੇ ਦੇਖਿਆ ਜਾਵੇ ਪੂਰੇ ਦੇਸ਼ ਦੇ ਲਈ, ਔਰ ਆਪਾਂ ਫਗਵਾੜੇ ਦੀ ਗੱਲ ਕਰੀਏ ਤੇ ਬੇहद ਨਾਜ਼ੁਕ ਸਮਾਂ ਹੈ। ਤਸੱਲੀ ਦੀ ਗੱਲ ਇਹ ਆ ਸਰ, ਫਗਵਾੜਾ ਸਾਂਭਿਆ ਹੋਇਆ ਹੈ, ਕੀ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ? ਔਰ ਪਹਿਲਾ ਸਵਾਲ ਮੇਰਾ ਆਇਆ ਕਿ ਕਰੋਨਾ ਵਾਇਰਸ ਜੇ ਫਗਵਾੜੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕਿੰਨੇ ਕੁ ਆਪਾਂ ਚਿੰਤਤ ਹੋਣਾ ਚਾਹੀਦਾ? ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ ਆਪਾਂ 1.5 ਮਹੀਨੇ ਤੋਂ ਜਿਹੜਾ ਹੈਗਾ ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਹੈ ਇਹਦੇ ਖਿਲਾਫ ਸਾਰਾ ਦੇਸ਼ ਇਕਜੁੱਟ ਹੋ ਕੇ ਲੜਾਈ ਲੜ ਰਿਹਾ ਹੈਗਾ। ਪਰ ਉਸੇ ਕੜੀ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਵੀ ਪਹਿਲੇ ਦਿਨ ਤੋਂ ਜਿਹੜੀ ਇਹਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਸੀ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ 23 ਮਾਰਚ ਨੂੰ ਜਦੋਂ ਪਹਿਲੇ ਦਿਨ ਕਰਫਿਊ ਲਗਾਇਆ ਸੀ, ਪਹਿਲਾਂ ਲੋਕਡਾਊਨ ਸੀਗਾ, ਲੋਕਡਾਊਨ ਤੋਂ ਬਾਅਦ ਉਸੇ ਦਿਨ ਜਿਹੜਾ ਹੈਗਾ 2 ਘੰਟੇ ਬਾਅਦ ਹੀ ਕਰਫਿਊ ਲਗਾ ਦਿੱਤਾ ਗਿਆ ਸੀਗਾ। ਤਾਂ ਮੇਨ ਪੰਜਾਬ ਗਵਰਨਮੈਂਟ ਦਾ ਅਤੇ ਆਪਣਾ ਸਾਰਿਆਂ ਦਾ ਸਾਰੇ ਐਡਮਿਨਿਸਟ੍ਰੇਸ਼ਨ ਦਾ ਮੇਨ ਪਰਪਸ ਇਹੀ ਸੀਗਾ ਅਸੀਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਬਚਾ ਕੇ ਰੱਖਣਾ ਹੈ। ਜਿੱਥੇ ਪੰਜਾਬ ਵਾਸੀਆਂ ਨੂੰ ਬਚਾ ਕੇ ਰੱਖਣਾ ਉੱਥੇ ਹੀ ਫਗਵਾੜਾ ਐਡਮਿਨਿਸਟ੍ਰੇਸ਼ਨ ਪਲੱਸ ਸਾਰੇ ਹੀ ਜਿੰਨੇ ਇਲਾਕਾ ਨਿਵਾਸੀ ਹੈਗੇ ਉਹਨਾਂ ਦਾ ਸੀ ਕਿ ਇਸ ਮਹਾਮਾਰੀ ਦੇ ਖਿਲਾਫ ਜਿਹੜਾ ਹੈਗਾ ਅਸੀਂ ਰਲ ਕੇ ਲੜਾਈ ਲੜੀਏ। ਔਰ ਮੈਂ ਖੁਸ਼ੀ ਹੈ ਕਿ ਮੈਨੂੰ ਸਾਰੇ ਹੀ ਇਸ ਲੜਾਈ ਵਿੱਚ ਜਿੱਥੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈਗਾ, ਉਸ ਦੇ ਨਾਲ ਹੀ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ, ਵੱਖ-ਵੱਖ ਧਾਰਮਿਕ ਸੰਸਥਾਵਾਂ, ਵੱਖ-ਵੱਖ NGOs ਨੇ ਜਿਹੜਾ ਹੈਗਾ ਵੱਧ ਚੜ੍ਹ ਕੇ ਰੋਲ ਪਾਇਆ। ਔਰ ਇਹ ਸਾਡੇ ਸਾਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਫਗਵਾੜਾ ਬੇਸ਼ੱਕ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਜਾਂ ਹੋਰ ਜਿਹੜੇ ਨਵਾਂਸ਼ਹਿਰ ਜ਼ਿਲ੍ਹੇ ਹੈਗੇ ਇਹਨਾਂ ਵਿੱਚ ਇਸ ਬਿਮਾਰੀ ਦਾ ਕਾਫੀ ਪ੍ਰਕੋਪ ਆਇਆ ਹੈਗਾ। ਵੈਸੇ ਦੇਖਿਆ ਜਾਵੇ ਗਰਾਊਂਡ ਲੈਵਲ ਤੇ ਜਿੰਨੇ ਕੁ ਪੋਜ਼ਿਟਿਵ ਕੇਸ ਜੇ ਫਗਵਾੜਾ ਨਾਲ ਸੰਬੰਧਿਤ ਆਏ ਵੀ ਆ, ਉਹਨਾਂ ਦਾ ਸਿੱਧਾ ਫਗਵਾੜਾ ਨਾਲ ਕੋਈ ਬਹੁਤਾ ਵੱਡਾ ਸੰਬੰਧ ਨਹੀਂ ਸੀ ਕਿਉਂਕਿ ਉਹ ਕੁਝ ਜੇਰੇ ਇਲਾਜ ਬਾਹਰੋਂ ਆਏ ਆ, ਕੁਝ ਇੱਕ ਡਰਾਈਵਰ ਨੇ ਜਿਹੜੇ ਕਰੋਨਾ ਵਾਇਰਸ ਹੈ, ਔਰ ਕੁਝ ਅਬਚਲ ਨਗਰ ਹਜੂਰ ਸਾਹਿਬ ਦੀ ਸੰਗਤ ਹੈ। ਤੇ ਲੋਕਾਂ ਨੂੰ ਇਸ ਵੇਲੇ ਕੀ ਅਪੀਲ ਕਰਨਾ ਚਾਹੋਗੇ ਤੁਸੀਂ? ਜਿਸ ਤਰ੍ਹਾਂ ਕਿ ਸਾਰੇ ਅਸੀਂ ਇਹ ਸਾਰੇ ਖੁਸ਼ਕਿਸਮਤ ਹੈਗੇ ਔਰ ਮੈਂ ਤਾਂ ਇਹ ਮੰਨੂਗਾ ਕਿ ਸਾਡੇ ਤੇ ਪ੍ਰਮਾਤਮਾ ਦੀ ਸਾਰੇ ਇਲਾਕੇ ਨਿਵਾਸੀਆਂ ਤੇ ਬੜੀ ਕਿਰਪਾ ਹੈਗੀ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ 7 ਕੇਸਿਸ ਜਿਹੜੇ ਆਏ ਨੇ ਕਰੋਨਾ ਦੇ ਆਏ ਨੇ ਹੈਗੇ ਉਹ 7 ਦੇ 7 ਜਿਹੜੇ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਉਹ ਫਗਵਾੜਾ ਦੇ ਨਾਲ ਨਹੀਂ ਰਹੀ ਹੈਗੀ ਕਿਉਂਕਿ ਉਹ ਲੜਕੀ ਸੀਗੀ, ਪਹਿਲਾਂ ਉਹ ਲਵਲੀ ਇੰਸਟੀਚਿਊਟ ਸੀ, ਉਹ ਬਾਹਰੋਂ ਆਈ ਸੀਗੀ। ਇਸੇ ਤਰ੍ਹਾਂ ਜਿਹੜੇ 6 ਕੇਸਿਸ ਜਿਹੜੇ ਹੈਗੇ ਹਜੂਰ ਸਾਹਿਬ ਦੀ ਸੰਗਤ ਆਈ ਹੈਗੀ ਆ ਔਰ ਇਸੇ ਤਰ੍ਹਾਂ ਇੱਕ ਬੱਚੀ ਸੀ ਜਿਹੜੀ ਹੈਗੀ ਆ ਉਹ ਵੀ ਬਿਮਾਰ ਸੀਗੀ। ਔਰ ਜਿਹੜਾ ਹੁਣ ਦੀ ਹਾਲ ਦੀ ਜੋ ਹੈ ਇੱਕ ਪਲਾਈ ਗੇਟ ਤੋਂ ਜੋ ਹੈ ਉਹ ਵੀ ਜ਼ੇਰੇ ਇਲਾਜ ਸੀ ਕਾਫੀ ਦੇਰ ਤੋਂ। ਉਹ 1.5 ਸਾਲ ਦੀ ਜਿਹੜੀ ਬੱਚੀ ਸੀਗੀ ਉਹ 6 ਮਹੀਨੇ ਦੀ ਬੱਚੀ ਸੀਗੀ, ਉਹ ਵੀ ਤਕਰੀਬਨ 1.5-2 ਮਹੀਨੇ ਤੋਂ ਬਾਹਰ ਹੀ ਸੀਗੀ। ਔਰ ਇਸੇ ਤਰ੍ਹਾਂ ਜਿਹੜੇ 2 ਦਿਨ ਪਹਿਲਾਂ ਡੈਥ ਹੋਈ ਹੈਗੀ ਜਿਹਦੇ ਵਿੱਚ ਕਿ ਇੱਕ 65 ਸਾਲ ਦਾ ਜਿਹੜਾ ਬਜ਼ੁਰਗ ਸੀ ਸਾਡੇ ਪਲਾਈ ਗੇਟ ਤੋਂ ਸੀਗਾ, ਉਹ ਵੀ ਲਗਾਤਾਰ ਜਿਹੜਾ ਪਿਛਲੇ 20-25 ਦਿਨ ਤੋਂ ਬਾਹਰ ਹੀ ਇਲਾਜ ਕਰਾ ਰਿਹਾ ਸੀਗਾ। ਤਾਂ ਇਸ ਕਰਕੇ ਇਹ ਸਾਰੇ ਹੀ ਆਪਾਂ ਮੈਂ ਵਧਾਈ ਵੀ ਦਿੰਦਾ ਤੇ ਨਾਲ ਦੀ ਸਾਰਿਆਂ ਦੀ ਗੱਲ ਸਖਤ ਮਿਹਨਤ ਸਦਕਾ ਔਰ ਲੋਕਾਂ ਦਾ ਸੰਯਮ ਸਦਕਾ ਹੀ ਹੈਗਾ ਜਿਹੜਾ ਕਿ ਅਸੀਂ ਕਰੋਨਾ ਜਿਹੀ ਬਿਮਾਰੀ ਨੂੰ ਅਸੀਂ ਫਗਵਾੜੇ ਵਿੱਚੋਂ ਬਚਾਉਣ ਵਿੱਚ, ਉਹਨੂੰ ਦੂਰ ਰੱਖਣ ਵਿੱਚ ਅਤੇ ਫਗਵਾੜਾ ਵਾਸੀਆਂ ਨੂੰ ਬਚਾਉਣ ਵਿੱਚ ਕਾਮਯਾਬ ਹੋ ਸਕੇ। ਸਰ ਬਤੌਰ ਵਿਧਾਨਕਾਰ ਕਿੰਨਾ ਕਿ ਚੈਲੰਜੇਬਲ ਜੌਬ ਸੀ? ਤੁਸੀਂ ਬਹੁਤ ਸਾਰੇ ਫਰੰਟਾਂ ਤੇ ਕੰਮ ਕੀਤਾ, ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਘੁੰਮੇ ਹੋ, ਪਰ ਇਹ ਇੱਕ ਵੱਖਰੀ ਤਰ੍ਹਾਂ ਦਾ ਤਜਰਬਾ ਸੀ ਕਿਉਂਕਿ ਇੱਥੇ ਤੁਸੀਂ ਵਿਧਾਨਕਾਰ ਹੋ ਫਗਵਾੜਾ ਦੇ ਔਰ ਬਹੁਤ ਸਾਰੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ, ਲੋਕਾਂ ਦੀਆਂ ਬਹੁਤ ਬੇਤਹਾਸ਼ਾ ਆਸਾਂ ਜਿਹੜੀਆਂ ਤੁਹਾਡੇ ਤੇ ਟਿਕੀਆਂ ਹੋਈਆਂ ਸੀ। ਕਿਉਂਕਿ ਜਿਸ ਤਰ੍ਹਾਂ ਵੱਲੋਂ ਦੱਸਿਆ ਗਿਆ ਹੈਗਾ ਕਿ ਮੈਂ ਪਹਿਲਾਂ ਗਵਰਨਮੈਂਟ ਸਰਵਿਸ ਦੇ ਵਿੱਚ ਰਿਹਾ ਹੈਗਾ, ਲਗਭਗ 30 ਸਾਲ ਦੀ ਸਰਵਿਸ ਮੈਂ ਕੀਤੀ ਹੈਗੀ ਆ। ਤਾਂ ਇਸ ਕਰਕੇ ਉਸ ਸਮੇਂ ਜਿਹੜਾ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਨ ਦਾ ਜਿਹੜਾ ਮਿਲਿਆ ਤਾਂ ਐਕਸਪੀਰੀਅੰਸ ਵੀ ਮਿਲਿਆ ਹੈਗਾ ਜੀ। ਤਾਂ ਜਦੋਂ ਤੋਂ ਮੈਂ ਵਿਧਾਨ ਬਣਿਆ, ਵਿਧਾਨ ਸਭਾ ਦੇ ਵਿੱਚ ਮੈਂਬਰ ਨੋਮੀਨੇਟ ਹੋਇਆ ਹੈਗਾ
ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਜਿਹੜੀ ਬਿਮਾਰੀ ਫਸਟ ਟਾਈਮ ਆਈ ਹੈਗੀ ਆ ਔਰ ਸਾਰੇ ਆਪਾਂ ਜਾਣਦੇ ਕਿ ਇਹ ਨਾਮਰਾਦ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਇਹਦਾ ਹਜੇ ਕੋਈ ਇਲਾਜ ਨਹੀਂ ਹੈਗਾ ਔਰ ਬੇਸ਼ੱਕ ਔਰ ਇੱਕਦਮ ਹੀ ਜਿਹੜਾ ਸਾਨੂੰ ਸਾਰੀ ਦੁਨੀਆ ਨੂੰ ਇਹਨੇ ਕੈਚ ਕੀਤਾ ਹੈਗਾ ਤਾਂ ਉਹਦੇ ਵਿੱਚ ਸਾਰੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਪਲੱਸ ਨਾਲ ਹੀ ਇਲਾਕਾ ਨਿਵਾਸੀਆਂ ਤੇ ਬਾਕੀ ਜਿੰਨੇ ਵੀ ਸਾਡੇ ਫਗਵਾੜੇ ਦੇ ਸੂਝਵਾਨ ਵਿਅਕਤੀ ਹੈਗੇ ਉਹਨੇ ਜੋ ਵੀ ਸੁਝਾਅ ਦਿੱਤੇ ਹੈਗੇ ਉਹਨਾਂ ਨੂੰ ਸਾਰੇ ਰਲ ਮਿਲ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਲਮੇਲ ਕਰਕੇ ਜਿਹੜਾ ਹੈਗਾ ਅਸੀਂ ਕਾਮਯਾਬ ਹੋ ਸਕੇ ਕਿ ਜਦੋਂ ਵੀ ਕਿਸੇ ਪ੍ਰਕਾਰ ਦੀ ਕਿਸੇ ਵੀ ਕਦੇ ਬੇਸ਼ੱਕ ਦੀ ਉਹ ਵਪਾਰੀ ਵਰਗ ਹੈ ਬੇਸ਼ੱਕ ਦੀ ਆਮ ਜਨਤਾ ਹੈਗੀ ਆ ਜਾਂ ਕੋਈ ਹੋਰ ਹੈਗਾ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਮੁਸ਼ਕਲ ਆਈ ਹੈਗੀ ਆ ਤਾਂ ਬੈਠ ਕੇ ਸਾਰਿਆਂ ਨੂੰ ਨਜਿੱਠ ਲਿਆ ਹੈਗਾ ਔਰ ਸਾਰੇ ਲੋਕ ਇਸ ਗੱਲੋਂ ਖੁਸ਼ ਹੀ ਹੈ ਕਿ ਸਾਰਿਆਂ ਨੇ ਵੱਖ-ਵੱਖ ਸੈਟਅਪ ਵਿੱਚ ਵੱਖ-ਵੱਖ ਵਰਗਾਂ ਦੇ ਵਿੱਚ ਜਿਹੜੇ ਨੁਮਾਇੰਦਗੀ ਕਰਦੇ ਹੋਏ ਉਹਨਾਂ ਨੇ ਕਰੋਨਾ ਦੇ ਜਿਹੜੀ ਫਾਈਟ ਕਰਨ ਵਾਸਤੇ ਇਕਜੁੱਟ ਹੋ ਕੇ ਅਸੀਂ ਲੜਾਈ ਲੜੀ। ਸਰ ਆਮ ਤੌਰ ਤੇ ਲੀਡਰਾਂ ਤੋਂ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਅਸੀਂ ਉਹਨਾਂ ਤੇ ਆਸਾਂ ਵੀ ਲਾਉਂਦੇ ਆ ਪਰ ਇਹ 42 ਦਿਨ ਦਾ ਇੱਕ ਜੋ ਐਕਸਪੀਰੀਅੰਸ ਤੁਹਾਡਾ ਰਿਹਾ ਹੈ ਪਹਿਲੇ ਦਿਨ ਤੋਂ ਤੁਸੀਂ ਜੁੜੇ ਹੋਏ ਹੋ ਔਰ ਲੰਗਰ ਵੀ ਤੁਸੀਂ ਖਾਸ ਤੌਰ ਤੇ ਲੋਕਡਾਊਨ ਦੇ ਦਿਨ ਹੀ ਸ਼ੁਰੂ ਕਰਤਾ ਸੀ ਖਾਸ ਤੌਰ ਤੇ ਜਿਹੜਾ ਆਪਣੇ ਵੱਲੋਂ ਤੁਸੀਂ ਲੰਗਰ ਲੋੜਵੰਦਾਂ ਲਈ ਲਾ ਰਹੇ ਆ ਤੁਹਾਡੀਆਂ ਕੀ ਸਰ ਪ੍ਰੈਕਟੀਕਲ ਮੁਸ਼ਕਲਾਂ ਰਹੀਆਂ ਇਹ ਵੀ ਬਹੁਤ ਜ਼ਰੂਰੀ ਆ ਜਾਣਨਾ ਕਿ ਤੁਹਾਨੂੰ ਕਿਹੋ ਜਿਹੀਆਂ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ। ਤਾਂ ਜਿਸ ਤਰ੍ਹਾਂ ਕਿ ਇਸ ਸਮੇਂ ਦੌਰਾਨ ਜਿਹੜਾ ਹੈਗਾ ਜਿੱਥੇ ਐਡਮਿਨਿਸਟ੍ਰੇਸ਼ਨ ਦਾ ਕਿਉਂਕਿ ਬਹੁਤ ਲੰਬੀ ਲੜਾਈ ਚੱਲ ਰਹੀ ਹੈਗੀ ਇਹ ਜਿੱਥੇ ਆਪਾਂ ਸਾਰੇ ਜਾਣਦੇ ਕਿ ਪੁਲਿਸ ਡਿਪਾਰਟਮੈਂਟ ਹੋ ਗਿਆ ਹੈਲਥ ਡਿਪਾਰਟਮੈਂਟ ਹੋ ਗਿਆ ਸਫਾਈ ਕਰਮਚਾਰੀ ਹੋ ਗਏ ਜਾਂ ਆਸ਼ਾ ਵਰਕਰਸ ਹੋ ਗਏ ਜਾਂ ਹੋਰ ਜਿਹੜੇ ਮਹਿਕਮੇ ਨਾਲ ਲੱਗੇ ਨੇ ਫਰੰਟ ਤੇ ਲੜ ਰਹੇ ਜਿੱਥੇ ਉਹਨਾਂ ਦਾ ਮੋਰਲ ਬੂਸਟ ਕਰਨਾ ਸੀਗਾ ਉਹਨਾਂ ਦਾ ਮੋਰਲ ਅਪ ਰੱਖਣਾ ਸੀਗਾ ਉੱਥੇ ਹੀ ਨਾਲ ਜਦੋਂ ਪਬਲਿਕ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਰਿਊਮਰ ਜਾਂਦਾ ਜਾਂ ਗਲਤ ਜਾਂਦਾ ਉਹਨੂੰ ਵੀ ਨੈਗੇਟਿਵ ਕਰਨਾ ਸੀਗਾ ਔਰ ਨਾਲ ਹੀ ਸਾਰਾ ਕਿਉਂਕਿ ਮੇਨ ਪਰਪਸ ਇਹਦਾ ਸੀਗਾ ਕਿਸੇ ਪ੍ਰਕਾਰ ਦਾ ਬੇਸ਼ੱਕ ਦੇ ਐਡਮਿਨਿਸਟ੍ਰੇਸ਼ਨ ਸਾਈਡ ਹੋਵੇ ਔਰ ਬੇਸ਼ੱਕ ਦੀ ਪਬਲਿਕ 'ਚ ਹੋਵੇ ਕਿਸੇ ਪ੍ਰਕਾਰ ਦਾ ਉਹਨਾਂ ਦਾ ਮੋਰਲ ਡਾਊਨ ਨਹੀਂ ਹੋਣ ਦੇਣਾ ਔਰ ਉਹਦੇ ਵਿੱਚ ਅਸੀਂ ਕਾਮਯਾਬ ਹੋ ਸਕੇ ਕਿਉਂਕਿ ਮੈਂ ਸਾਰਾ ਜਦੋਂ ਤੋਂ ਪਹਿਲੇ ਦਿਨ ਤੋਂ ਚੱਲਿਆ ਹੈਗਾ ਜਿੱਥੇ ਤੁਸੀਂ ਦੱਸਿਆ ਹੈਗਾ ਕਿ ਅਸੀਂ ਪਹਿਲੇ ਦਿਨ ਤੋਂ 23 ਮਾਰਚ ਤੋਂ ਜਿਹੜਾ ਹੈਗਾ ਲੰਗਰ ਚਲਾ ਦਿੱਤਾ ਸੀਗਾ ਤਾਂ ਕਿ ਆਪਾਂ ਸਾਡਾ ਸਾਰਿਆਂ ਦਾ ਇਹ ਡਿਊਟੀ ਵੀ ਬਣਦੀ ਹੈ ਔਰ ਸਾਡੇ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਅਸੀਂ ਫਗਵਾੜੇ ਵਿੱਚ ਕਿਸੇ ਵੀ ਵਿਅਕਤੀ ਨੂੰ ਜਾਣੀ ਕਿ ਭੁੱਖਾ ਨਾ ਰਹਿਣ ਦੇਈਏ ਔਰ ਉਹਦੇ ਵਿੱਚ ਵੱਖ-ਵੱਖ ਸੰਸਥਾਵਾਂ ਨੇ ਵੀ ਯੋਗਦਾਨ ਪਾਇਆ ਔਰ ਲਗਭਗ ਜਿੱਥੇ ਮੇਰੇ ਖਿਆਲ 8 ਤੋਂ 10,000 ਵਿਅਕਤੀਆਂ ਦਾ ਲੰਗਰ ਅਸੀਂ ਬਣਾ ਕੇ ਭੇਜ ਰਹੇ ਸੀ ਉਹਦੇ ਵਿੱਚ ਲਗਭਗ 30,000 ਜਿਹੜਾ ਲੰਗਰ ਵਿਅਕਤੀਆਂ ਨੂੰ ਜਿਹੜਾ ਹੈਗਾ ਵੱਖ-ਵੱਖ ਸੰਸਥਾਵਾਂ ਵੱਲੋਂ ਬਣ ਕੇ ਉਹ ਫਗਵਾੜੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਸੀ। ਸਰਕਾਰ ਵੱਲੋਂ ਹੁਣ ਤੱਕ ਕਿਹੜੇ ਐਫਰਟ ਹੋ ਚੁੱਕੇ ਆ ਲੋੜ ਬੇਸ਼ੱਕ ਮਾਈਕ ਸਹਾਇਤਾ ਦੇਣੀ ਹੋਵੇ ਜਾਂ ਫਿਰ ਸੁੱਕੀ ਰਸਦ ਜਿਹੜੀ ਗਵਰਨਮੈਂਟ ਵੱਲੋਂ ਆਈ ਸੀ ਉਹ ਵੀ ਤੁਸੀਂ ਕਾਫੀ ਵੱਡੇ ਪੱਧਰ ਤੇ ਇੱਥੇ ਵੰਡੀ ਆ ਹੁਣ ਤੱਕ ਜੇ ਕੰਕਰੀਟ ਆਪਾਂ ਦੇਖਣਾ ਹੋਵੇ ਕਿਹੜੇ ਐਫਰਟ ਹੋ ਚੁੱਕੇ ਆ। ਸਰਕਾਰ ਵੱਲੋਂ ਜਿੱਥੇ ਆਪਾਂ ਸਾਰੇ ਜਾਣਦੇ ਕਿ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਲੰਗਰ ਵਿਵਸਥਾ ਕੀਤੀ ਗਈ ਹੈਗੀ ਆ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਹੋ ਗਈਆਂ ਵੱਖ-ਵੱਖ ਸੰਸਥਾਵਾਂ ਹੋ ਗਈਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਖ-ਵੱਖ NGOs ਉਸ ਦੇ ਨਾਲ ਹੀ ਜਿਹੜਾ ਹੈਗਾ ਸਰਕਾਰੀ ਕਿਉਂਕਿ ਸੁੱਕਾ ਰਾਸ਼ਨ ਵੀ ਚਾਹੀਦਾ ਸੀਗਾ ਤਾਂ ਸਾਨੂੰ ਸਰਕਾਰ ਵੱਲੋਂ ਵੀ ਜਿਹੜਾ ਰਾਸ਼ਨ ਆਇਆ ਪਲੱਸ ਨਾਲ ਹੀ ਜਿਹੜਾ ਅਸੀਂ ਲੋਕਲ ਲੈਵਲ ਤੇ ਵੀ ਇੱਥੇ ਇਕਜੁੱਟ ਹੋ ਕੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਜਿਹੜਾ ਹੈਗਾ ਇਕੱਠਾ ਹੋਇਆ ਉਹਦੇ ਵਿੱਚ ਫੰਡਸ ਕ੍ਰੀਏਟ ਕੀਤੇ ਗਏ ਔਰ ਫੰਡਸ ਕ੍ਰੀਏਟ ਕਰਕੇ ਲਗਭਗ ਜਿਹੜਾ ਹੈਗਾ 15,000 ਤਾਂ ਜਿਹੜਾ ਲਗਭਗ ਜਿਹੜਾ ਕਿਟਸ ਮੇਰੇ ਰਾਹੀਂ ਜਿਹੜੇ ਡਿਸਟ੍ਰੀਬਿਊਟ ਹੋਈਆਂ ਹੈਗੀਆਂ ਉਸ ਤੋਂ ਬਿਨਾਂ ਜਿਹੜੇ ਹੈਗੀਆਂ ਸਾਡੇ ਸਾਰੇ ਹੀ ਪਿੰਡਾਂ ਵਿੱਚ ਸਰਪੰਚ ਪੰਚਾਂ ਨੇ ਔਰ ਬਲਾਕ ਸੰਮਤੀ ਮੈਂਬਰਸ ਜ਼ਿਲ੍ਹਾ ਪਰਿਸ਼ਦ ਮੈਂਬਰਸ ਪਲੱਸ ਜਿੰਨੇ MC ਸਾਹਿਬਾਨ ਹੈ ਬਾਕੀ ਹੋਰ ਜਿਹੜੇ ਵੱਖ-ਵੱਖ NGOs ਹੈਗੇ ਜਿਹੜੇ ਕਿ ਉਹਨਾਂ ਰਲ ਮਿਲ ਕੇ ਲਾਈਏ ਤਾਂ ਮੇਰਾ ਖਿਆਲ ਇਹਦੀ ਗਿਣਤੀ ਲਾਵਾਂਗੇ ਤਾਂ ਮੇਰਾ ਖਿਆਲ ਲਗਭਗ 50,000 ਦੇ ਲਗਭਗ ਕਿਟਸ ਬਣ ਜਾਣਗੀਆਂ ਜਿਹੜੀਆਂ ਕਿ ਲੋਕਾਂ ਨੂੰ ਡਿਸਟ੍ਰੀਬਿਊਟ ਕੀਤੀਆਂ ਹੈਗੀਆਂ ਔਰ ਮੈਨੂੰ ਉਹਨੂੰ ਰਿਲੀਫ ਦਵਾ ਸਕੇ ਤਾਂ ਜੋ ਇਸ ਬਿਮਾਰੀ ਦੇ ਸਮੇਂ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇਹ ਨਾ ਮਹਿਸੂਸ ਹੋਵੇ ਕੋਈ ਇਕੱਲੇ ਹੀ ਲੜ ਰਹੇ ਨੇ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਕੇ ਸਾਰੇ ਜਾਨੀ ਕਿ ਪੋਲੀਟੀਕਲ ਪਾਰਟੀ ਦਾ ਸਾਥ ਲੈ ਕੇ ਪਲੱਸ ਨਾਲ ਹੀ ਜਿੰਨੇ ਹੋਰ ਵੀ ਆਪਣੇ ਹੈਗੇ ਨੇ ਉਹਨਾਂ ਸਾਰਿਆਂ ਦਾ ਸਾਥ ਲੈ ਕੇ ਇਕੱਠੇ ਹੋ ਕੇ ਜਿਹੜਾ ਆਪਾਂ ਲੜਾਈ ਲੜ ਸਕਦੇ। ਸਰ ਹੁਣ ਖਾਸ ਤੌਰ ਤੇ ਨੈਸ਼ਨਲ ਜੋ ਗਾਈਡਲਾਈਨ ਆ ਜਾਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਕਿ ਬਹੁਤ ਜ਼ਰੂਰੀ ਆ ਕਿ ਲੋਕ ਹੁਣ ਦੁਕਾਨਾਂ ਖੋਲਣ ਕਿਉਂਕਿ ਉਹਦੇ ਬਹੁਤ ਨਹੀਂ ਤਾਂ ਗੰਭੀਰ ਸਿੱਟੇ ਵੀ ਨਿਕਲ ਸਕਦੇ ਆ ਹੁਣ ਥੋੜੀਆਂ ਕਾਫੀ ਖੁੱਲ੍ਹਾ ਮਿਲ ਰਹੀਆਂ ਨੇ ਇਸ ਵੇਲੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਵਾਇਰਸ ਲਈ ਚਿੰਤਾ ਵੀ ਕਰੀਏ ਕਿਉਂਕਿ ਵੈਕਸੀਨ ਹਲੇ ਤੱਕ ਨਹੀਂ ਆ ਹੁਣ ਜਿਹੜਾ ਇਸ ਵੇਲੇ ਤੁਹਾਡਾ ਕੀ ਵਿਜ਼ਨ ਆ ਕਿਵੇਂ ਫਗਵਾੜਾ ਸੁਰੱਖਿਅਤ ਰਹੇਗਾ ਉਸ ਨੂੰ ਲੈ ਕੇ ਸਾਨੂੰ ਦੱਸੋ। ਸਾਰੀ ਦੁਨੀਆ ਵਿੱਚ ਆਪਾਂ ਜਾਣਦੇ ਕਿ ਹਜੇ ਦੀ ਵੈਕਸੀਨ ਨਹੀਂ ਬਣੀ ਹੈਗੀ ਟ੍ਰਾਇਲਸ ਚੱਲ ਰਹੇ ਹੈਗੇ ਨੇ ਔਰ ਮੇਰੇ ਖਿਆਲ ਹਜੇ ਵੀ ਜੇ ਲੱਗਦਾ ਹੈਗਾ ਤਾਂ ਮੇਰੇ ਖਿਆਲ 3-4 ਮਹੀਨੇ ਹੋ ਸਕਦੇ ਲੱਗ ਸਕਦੇ ਹੈਗੇ ਕਿ ਵੈਕਸੀਨ ਡਿਵੈਲਪ ਹੋਵੇ तो उस समय तक ਆਪਾਂ ਕਿਉਂਕਿ ਆਪਾਂ 1.5 ਮਹੀਨਾ ਆਪਾਂ ਵੀ ਇਹਦਾ ਐਕਸਪੀਰੀਅੰਸ ਕਰ ਲਿਆ ਹੈਗਾ ਤਾਂ ਹੁਣ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਹੁਣ ਛੋਟ ਦਿੱਤੀ ਜਾ ਰਹੀ ਹੈਗੀ ਆ ਬਾਜ਼ਾਰ ਵੀ ਜਿਹੜੇ 9 ਤੋਂ ਲੈ ਕੇ 1 ਵਜੇ ਤੱਕ ਖੋਲ੍ਹੇ ਗਏ ਹੈਗੇ ਨੇ ਤਾਂ ਮੈਂ ਜਿੱਥੇ ਫਗਵਾੜਾ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਉਹਨਾਂ ਨੇ ਪਹਿਲਾਂ ਸੰਯਮ ਵਰਤਿਆ ਸੀਗਾ ਉਹਨਾਂ ਨੇ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਸੀਗਾ ਉਸੇ ਨੂੰ ਹੁਣ ਵੀ ਅੱਗੇ ਮੇਨਟੇਨ ਕਰਨ ਕਿਉਂਕਿ ਕਈ ਵਾਰੀ ਕੋਈ ਹੋ ਜਾਂਦਾ ਕਈ ਵਾਰੀ ਆਪਾਂ ਅਖਬਾਰ 'ਚ ਜਾਂ ਆਪਾਂ ਟੈਲੀਵਿਜ਼ਨ ਤੇ ਦੇਖਦੇ ਹਾਂ ਕਿ ਲੋਕਾਂ ਦਾ ਹਜੂਮ ਜਿਹੜਾ 1000 ਜਾਂ 500 ਬੰਦਾ ਇਕੱਠਾ ਹੀ ਖੜਾ ਹੋ ਜਾਂਦਾ ਤਾਂ ਉਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਾਂ ਬਚਣਾ ਹੈਗਾ ਜਿੱਥੇ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਹੈਗਾ ਜਿਸ ਤਰ੍ਹਾਂ ਕਿ ਹੁਣ ਤੱਕ ਜਿਹੜਾ ਹੈਗਾ ਕਿ ਆਪਾਂ ਯਾਨੀ ਕਿ ਗਰਮ ਪਾਣੀ ਪੀਏ ਗਰਾਰੇ ਕਰੀਏ ਜਿਹੜਾ ਹੈਗਾ ਹੋਰ ਜਿਹੜਾ ਆਪਾਂ ਆਪਣੀ ਇਮਿਊਨਿਟੀ ਵਧਾਉਣ ਵਾਸਤੇ ਜਿੰਨੇ ਵੀ ਉਹ ਆਪਾਂ ਜਿਹੜੇ ਖਾ ਸਕਦੇ ਉਹ ਸਾਰੇ ਇਹਦੇ ਨਾਲ ਆਪਣਾ ਕਰੀਏ
ਕਿਉਂਕਿ ਮੇਨ ਜਿਹਦੀ ਇਮਿਊਨਿਟੀ ਲੋ ਹੋ ਜਾਂਦੀ ਹੈਗੀ ਆ ਉਸੇ ਨੂੰ ਇਸ ਵਾਇਰਸ ਦਾ ਅਟੈਕ ਹੁੰਦਾ ਹੈਗਾ। ਤਾਂ ਇਸ ਕਰਕੇ ਖਾਸ ਕਰਕੇ ਜਿਹੜੇ 65 ਸਾਲ ਤੋਂ ਜਾਂ 70 ਸਾਲ ਤੋਂ ਜਿਹੜੇ ਉੱਪਰ ਹੈਗੇ ਉਹ ਹੁਣ ਵੀ ਦੇਖਣ ਵਿੱਚ ਮਿਲਦੇ ਹੈਗੇ। ਕਈ ਵਾਰੀ ਉਹ ਬਾਜ਼ਾਰ ਵਿੱਚ ਜਾਂ ਸਾਡੇ ਕੋਲ ਵੀ ਕੰਮ ਕਰਾਉਣ ਵਾਸਤੇ ਆ ਜਾਂਦੇ। ਵੈਸੇ ਸਰਕਾਰ ਨੇ ਕਿ ਨਾ ਜਾਣੋ, ਮੇਰੇ ਕੋਲ ਕੋਈ ਵੀ ਘਰ ਵੀ ਆਉਂਦਾ ਹੈਗਾ ਤਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਕੋਈ ਬਜ਼ੁਰਗ ਨਾ ਆਵੇ, ਬੇਸ਼ੱਕ ਦੀ ਫੋਨ ਤੇ ਦੱਸ ਕੋ, ਫੋਨ ਤੇ ਵੀ ਉਹਨੇ ਐਫਰਟਸ ਨਾਲ ਕੰਮ ਕਰਾਵਾਂਗੇ ਜਿੰਨਾ ਕਿ ਘਰ ਆ ਕੇ ਕੰਮ ਕਰਾਵਾਂਗੇ। ਤਾਂ ਇਸ ਕਰਕੇ ਇਸ ਸਮੇਂ ਦੌਰਾਨ ਜਿੱਥੇ ਅਸੀਂ ਗਰਮ ਪਾਣੀ ਪੀਣਾ ਹੈਗਾ, ਗੁਰਾਰੇ ਕਰਨੇ ਹੈਗੇ, ਗਰਮ ਭੋਜਨ ਖਾਣਾ ਹੈ, ਬਾਜ਼ਾਰ ਦੀ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ, ਔਰ ਉਸ ਦੇ ਨਾਲ ਹੀ ਜਿਹੜਾ ਹੈਗਾ ਸਾਨੂੰ ਜਿਹੜਾ ਇਮਿਊਨਿਟੀ ਵਧਾਉਣ ਵਾਸਤੇ ਜਿਹੜਾ ਹੈਗਾ ਜਾਂ ਹੋਰ ਕੋਈ ਮੈਡੀਸਿਨਸ ਵਗੈਰਾ ਹੈਗੇ ਉਹ ਵੀ ਲੈਣੀਆਂ ਚਾਹੀਦੀਆਂ, ਤਾਂ ਜੋ ਅਸੀਂ ਇਸ ਸਮੇਂ ਵਿੱਚ ਜੋ ਹਜੇ 3-4 ਮਹੀਨੇ ਜਿਹੜਾ ਹੋਰ ਸਮਾਂ ਹੈਗਾ ਅਸੀਂ ਇਸ ਨੂੰ ਆਪਦੀ ਇਮਿਊਨਿਟੀ ਨੂੰ ਅਪ ਰੱਖ ਕੇ ਔਰ ਇਸ ਵਾਇਰਸ ਦੇ ਅਗੇਂਸਟ ਅਸੀਂ ਫਾਈਟ ਕਰ ਸਰ ਸਕੀਏ। ਬਲਵਿੰਦਰ ਸਿੰਘ ਧਾਰੀਵਾਲ ਜੇ ਪੋਜ਼ਿਟਿਵ ਆਖਰੀ ਮੈਸੇਜ ਦੇਣਾ ਚਾਹਣ ਲੋਕਾਂ ਨੂੰ, ਕੀ ਹੋਏਗਾ ਉਹ ਮੈਸੇਜ ਜਿੰਨਾ ਮਨੋਵਿਗਿਆਨਕ ਤੌਰ ਤੇ ਲੋਕ ਜਿਹੜੇ ਫਗਵਾੜੇ ਦੇ ਕਿਉਂਕਿ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿੱਥੇ ਆਪਾਂ ਗਵਰਨਮੈਂਟ ਵੱਲੋਂ ਜਾਂ ਹੈਲਥ ਡਿਪਾਰਟਮੈਂਟ ਵੱਲੋਂ ਜਾਂ ICMR ਵੱਲੋਂ ਜਿਹੜੀਆਂ ਇਨਸਟਰਕਸ਼ਨਸ ਇਸ਼ੂ ਕੀਤੀਆਂ, ਜਿੱਥੇ ਉਹਨਾਂ ਨੂੰ ਫੋਲੋ ਕਰਨਾ ਹੈਗਾ ਉਸ ਦੇ ਨਾਲ ਹੀ ਆਪਣਾ ਜਿਹੜਾ ਮੋਰਲ ਆਪਾਂ ਹਾਈ ਰੱਖਣਾ ਹੈਗਾ। ਕਿਉਂਕਿ ਜੇਕਰ ਮੋਰਲ ਹਾਈ ਹੁੰਦਾ ਹੈਗਾ, ਆਪਾਂ ਸਾਰੇ ਜਾਣਦੇ ਹੈਗੇ ਕਿ ਜਿੰਨੇ ਵੀ ਬੰਦੇ ਆਪਣੇ ਹਜ਼ੂਰ ਸਾਹਿਬ ਤੋਂ ਆਏ ਨੇ ਉਹਨਾਂ ਦਾ ਮੋਰਲ ਇੰਨਾ ਹਾਈ ਹੈਗਾ ਕਿਉਂਕਿ ਉਹ ਗੁਰੂ ਸਾਹਿਬਾਨ ਦੇ ਉੱਥੇ ਦਰਸ਼ਨ ਕਰਕੇ ਆਏ ਹੈਗੇ ਨੇ। ਤਾਂ ਇਸ ਕਰਕੇ ਆਪਾਂ ਨੂੰ ਕੋਈ ਨਹੀਂ ਲੱਗਦਾ, ਦੇਖਣ ਨੂੰ ਕੋਈ ਨਹੀਂ ਲੱਗਦਾ ਕਿਸੇ ਨੂੰ ਬਿਮਾਰੀ ਹੈਗੀ। ਤਾਂ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਣਾ ਮੋਰਲ ਹਾਈ ਵੀ ਰੱਖਣਾ ਹੈਗਾ ਔਰ ਜਿੱਥੇ ਫਾਈਟ ਵੀ ਕਰਨੀ ਆ ਉੱਥੇ ਹੀ ਸੋਸ਼ਲ ਡਿਸਟੈਂਸ ਵੀ ਮੇਨਟੇਨ ਕਰਨਾ ਹੈਗਾ, ਉੱਥੇ ਹੀ ਆਪਣੇ ਇਮਿਊਨਿਟੀ ਜਿਹੜਾ ਹੈਗਾ ਹਾਈ ਰੱਖਣ ਵਾਸਤੇ ਆਪਾਂ ਨੂੰ ਸਾਰੇ ਉਪਰਾਲੇ ਕਰਨੇ ਚਾਹੀਦੇ। ਕਿਉਂਕਿ ਆਪਾਂ ਸਾਰੇ ਜਾਣਦੇ ਕਿ ਆਪਣੇ ਦੇਸ਼ ਵਿੱਚ, ਹਿੰਦੁਸਤਾਨ ਵਿੱਚ, ਬੇਸ਼ੱਕ ਦੇ ਪੰਜਾਬ ਹੈ ਜਾਂ ਜਿਹੜਾ ਮਰਜ਼ੀ ਹਿੱਸਾ ਹੋਵੇ, ਆਪਾਂ ਸਾਰੇ ਹੀ ਜੜੀਆਂ ਬੂਟੀਆਂ ਜਾਂ ਮਸਾਲੇ ਵਗੈਰਾ ਖਾਣ ਦੇ ਆਦੀ ਹੈਗੇ। ਤੇ ਇਸ ਕਰਕੇ ਉਹ ਪਹਿਲਾਂ ਹੀ ਆਪਾਂ ਯੂਜ਼ ਕਰ ਰਹੇ ਹਾਂ ਔਰ ਇਸੇ ਕਾਰਨ ਹੈਗਾ ਜਿਹੜਾ ਦੁਨੀਆ ਦੇ ਕੰਪੈਰੀਟਿਵ ਜਿਹੜਾ ਹੈਗਾ ਉਹ ਭਾਰਤ ਵਿੱਚ ਜਿਹੜਾ ਬਹੁਤ ਘੱਟ ਹੈਗਾ ਔਰ ਲੋਕਾਂ ਦੀ ਕਿਉਂਕਿ ਇਮਿਊਨਿਟੀ ਵੈਸੇ ਹੀ ਰਹਿੰਦੇ ਔਰ ਆਪਾਂ ਹਾਰਡ ਲਾਈਫ ਜਿੰਨੇ ਹੈਗੇ ਔਰ ਹਾਰਡ ਲਾਈਫ ਜਿੰਨੇ ਹੈਗੇ ਮਿਹਨਤ ਕਰਦੇ ਆ ਔਰ ਜਿਹੜੇ ਵਿਚਾਰੇ ਜਿਹੜੇ ਕੋਈ ਮਿਹਨਤ ਵਾਲਾ ਕੰਮ ਨਹੀਂ ਕਰਦੇ तो इस समय जरूर एक्सरसाइज वगैरह जरूर करना ताकि इम्यूनिटी हाई रहन। तो मैं साਰਿਆਂ ਨੂੰ इस समय हथ जोड़ के बेनती करूँगा कि जिथे भी आप इंस्ट्रक्शनस भी फॉलो करनी है उस दे नाल ही ਜਿਹੜਾ ਆਪਣਾ ਮੋਰਲ ਜਿਹੜਾ ਹੈਗਾ ਉਹਨੂੰ ਹਾਈ ਰੱਖਣਾ ਹੈ। ਸੋ ਇਹ ਸਨ ਬਲਵਿੰਦਰ ਸਿੰਘ ਧਾਰੀਵਾਲ ਵਿਧਾਨਕਾਰ ਨੇ ਫਗਵਾੜਾ ਦੇ ਔਰ ਖਾਸ ਤੌਰ ਤੇ ਮੈਸੇਜ ਕਨਵੇ ਉਹਨਾਂ ਨੇ ਇਹ ਕੀਤਾ ਹੈ ਕਿ ਜਿੱਥੇ ਸਾਨੂੰ ਇਮਿਊਨਿਟੀ ਆਪਣੀ ਵਧਾਉਣੀ ਚਾਹੀਦੀ ਹੈ ਉੱਥੇ ਮਨੋਵਿਗਿਆਨਕ ਤੌਰ ਤੇ ਵੀ ਫਗਵਾੜਾ ਦੇ ਵਾਸੀ ਜਿਹੜੇ ਆ ਉਹਨਾਂ ਨੂੰ ਸਟਰੋਂਗ ਹੋਣਾ ਚਾਹੀਦਾ ਹੈ। ਔਰ ਉਹਨਾਂ ਨੇ ਖਾਸ ਤੌਰ ਤੇ ਇਹ ਵੀ ਕਿਹਾ ਕਿ ਫਗਵਾੜਾ ਵਿੱਚ ਭਾਵੇਂ ਜੋ ਪੋਜ਼ਿਟਿਵ ਗਿਣਤੀ ਆਈ ਹੈ ਪਰ ਉਹਦਾ ਧਰਾਤਲ ਤੌਰ ਤੇ ਜੇ ਦੇਖਿਆ ਜਾਵੇ ਤੇ ਫਗਵਾੜੇ ਨਾਲ ਬਹੁਤਾ ਡੂੰਘਾ ਸੰਬੰਧ ਨਹੀਂ ਹੈ। ਇਸ ਲਈ ਖਾਸ ਤੌਰ ਤੇ ਸਾਵਧਾਨੀਆਂ ਵਰਤੀਆਂ ਜਾਣ ਔਰ ਕਰੋਨਾ ਵਾਇਰਸ ਨੂੰ ਹਰਾਉਣ ਲਈ ਇੱਕ ਸਾਂਝੀ ਜੰਗ ਜਿਹੜੀ ਆ ਉਹਨਾਂ ਨੇ ਲੜਨ ਦਾ ਵੀ ਸੰਕੇਤ ਦਿੱਤਾ। ਸਰ ਤੁਸੀਂ ਸਾਡੇ ਨਾਲ ਇੰਟਰਵਿਊ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।